अकाल जी, मैं हाँ हरजोत कौर ते तुहाडा सारिਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਜਿਵੇਂ ਸਾਡੇ ਕੋਲ ਸਟੂਡੈਂਟਸ ਦੇ ਸਵਾਲ ਆਉਂਦੇ ਜਾਂਦੇ ਨੇ ਉਵੇਂ ਅਸੀਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵੀ ਢੇਰ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਆਸਟ੍ਰੇਲੀਆ ਨੂੰ ਲੈ ਕੇ, ਕਮਿੰਗ ਇਨਟੇਕ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ ਜਿਹੜਾ ਬਹੁਤ ਇੱਕ ਰਿਊਮਰਸ ਨੇ ਕਿ ਸਟੱਡੀ ਵੀਜ਼ਾ ਕਲੋਜ਼ ਕਰ ਦਿੱਤਾ ਗਿਆ ਉਸ ਨੂੰ ਵੀ ਕਲੀਅਰ ਕਰਾਂਗੇ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟਸ 10 ਸਾਲ ਹੋ ਚੁੱਕੇ ਨੇ ਐਜੂਕੇਸ਼ਨ ਉਹਨਾਂ ਦੀ, ਉਸ ਤੋਂ ਬਾਅਦ ਉਹਨਾਂ ਨੇ ਕੁਝ ਨਹੀਂ ਕੀਤਾ, ਆਪਾਂ ਕਹਿ ਲਈਏ ਗੈਪ ਉਹਨਾਂ ਦੀ ਪ੍ਰੋਫਾਈਲ 'ਚ ਆ ਗਿਆ, ਉਹਨਾਂ ਲਈ ਇੱਕ ਚੰਗੀ ਆਪਸ਼ਨ ਕਿਹੜੀ ਹੈ, ਕਿਵੇਂ ਉਹ ਵੀ ਸਟੱਡੀ ਵੀਜ਼ਾ ਲਗਾ ਕੇ ਵਿਦੇਸ਼ ਜਾ ਸਕਦੇ ਨੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਮੌਜੂਦ ਨੇ ਜੀ ਸ਼ੋਅ ਦੇ ਵਿੱਚ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਐਂਡ ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਰ ਸਭ ਤੋਂ ਪਹਿਲਾਂ ਇਹੀ ਗੱਲ ਕਰਨਾ ਚਾਹਾਂਗੇ ਕਿ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜੁਲਾਈ ਇਨਟੇਕ ਕਿਵੇਂ ਦਾ ਰਿਹਾ, ਕਿੰਨਾ ਕੁ ਸਕਸੈਸ ਰੇਟ ਆਪਾਂ ਮੰਨ ਸਕਦੇ ਹਾਂ, ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀ, ਕਿਵੇਂ ਦੇਖਦੇ ਹਾਂ ਜੁਲਾਈ? ਦੇਖੋ, ਜੁਲਾਈ ਇਨਟੇਕ ESS ਹੈਜ਼ ਅ ਵੈਰੀ ਬਿਊਟੀਫੁਲ ਐਂਡ ਸਕਸੈਸਫੁਲ ਰਨ। ਸਾਡਾ ਸਕਸੈਸ ਰੇਟ ਆਲਮੋਸਟ 92 to 93% ਰਿਹਾ। ਹਰੇਕ ਪ੍ਰੋਫਾਈਲ ਵੀਜ਼ਾ ਲੈ ਕੇ ਨਹੀਂ ਆਂਦੀ, ਹਰੇਕ ਕੇਸ ਵੀਜ਼ਾ ਰਿਜੈਕਸ਼ਨ ਲੈ ਕੇ ਨਹੀਂ ਆਂਦਾ ਹੈ ਨਾ, ਸਿੱਕੇ ਦੇ ਦੋ ਪਹਿਲੂ ਹੁੰਦੇ। ਤਾਂ ਯੈਸ ਵੀ ਹੈਡ ਕਪਲ ਆਫ ਰਿਜੈਕਸ਼ਨਸ ਬਟ ਓਵਰਆਲ ਸਕਸੈਸ ਆਸਟ੍ਰੇਲੀਆ ਦਾ ਵਾਸ ਆਊਟ ਆਫ ਦਾ ਰੂਫ। ਬੰਬਾਸਟਿਕ ਰਿਸਪੌਂਸ ਆਸਟ੍ਰੇਲੀਅਨ ਹਾਈ ਕਮਿਸ਼ਨ ਥੋੜੀ ਸਲੋ ਸੀਗੀ ਇਸ ਸਾਲ ਦੀ ਸ਼ੁਰੂਆਤ ਜਾਂ ਕੁਆਟਰ 2 ਦੇ ਵਿੱਚ, ਬਟ ਮਈ ਜੂਨ ਤੋਂ ਬਾਅਦ ਆਈ ਮਸਟ ਸੇ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ ਪੂਰਾ ਐਕਸ਼ਨ ਲੈਣਾ ਸ਼ੁਰੂ ਕੀਤਾ, ਚਾਹੇ ਉਹ ਪੈਂਡਿੰਗ ਵੀਜ਼ਾ ਐਪਲੀਕੇਸ਼ਨ ਸੀਗੀਆਂ ਜਾਂ ਪੈਂਡਿੰਗ GT ਸੀਗੀਆਂ। ਜੀ ਹੁਣ ਇੱਥੇ ਇੱਕ ਚੀਜ਼ ਮੈਂ ਜ਼ਰੂਰ ਮੈਂਸ਼ਨ ਕਰਾਂਗਾ, ਡਿਊਰਿੰਗ ਦਾ ਜਰਨੀ ਕਈ ਵਾਰ ਬੱਚਾ ਨਾ ਬੜਾ ਅਨਰੈਸਟ ਹੋ ਜਾਂਦਾ ਹੈ ਦੈਟ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ, ਬਹੁਤ ਟਾਈਮ ਹੋ ਗਿਆ ਐਕਸੈਕਟਰਾ ਜੀ। ਬਟ ਆਸਟ੍ਰੇਲੀਆ ਜੇ ਅਪਲਾਈ ਕਰਨਾ ਹੈ, ਕਾਈਂਡਲੀ ਇਹਨੂੰ ਕੈਨੇਡਾ ਨਾਲ ਕੰਪੇਅਰ ਨਹੀਂ ਕਰਨਾ, UK ਨਾਲ ਕੰਪੇਅਰ ਨਹੀਂ ਕਰਨਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ GT ਨਾਮ ਦਾ ਇੱਕ ਜਿਹੜਾ ਪ੍ਰੋਸੈਸ ਜਾਂ ਸਿਸਟਮ ਹੈ ਉਹ ਤੈਅ ਕਰਦਾ ਹੈ ਕਿ ਤੁਸੀਂ ਆਸਟ੍ਰੇਲੀਆ ਜਾਣ ਦੇ ਕਾਬਲ ਹੋ ਕਿ ਨਹੀਂ ਹੋ। ਬਿਲਕੁਲ, ਤੁਹਾਡੀ ਯੂਨੀਵਰਸਿਟੀ ਤੁਹਾਡੀ ਫੀਸ ਲਏਗੀ ਕਿ ਨਹੀਂ ਲਏਗੀ ਉਹ GT ਤੇ ਡਿਪੈਂਡ ਕਰਦਾ। ਤੇ GT ਇਜ਼ ਪਾਈਲ ਆਫ ਡਾਕੂਮੈਂਟੇਸ਼ਨ। GT ਡਾਕੂਮੈਂਟੇਸ਼ਨ ਹੈ, GT ਗੱਲਾਂ ਬਾਤਾਂ ਨਹੀਂ ਹੈ, ਇੱਕ ਪੇਪਰ ਦਾ SOP ਨਹੀਂ ਹੈ। ਕਿੰਨੀ ਵਾਰ ਹੁੰਦਾ ਕਲਾਇੰਟ ਆਂਦਾ ਜੀ ਮੇਰੇ ਕੋਲ ਆਫਰ ਲੈਟਰ ਆ ਗਿਆ ਕਿਤੋਂ ਬਾਹਰੋਂ ਅਪਲਾਈ ਕਰਕੇ, ਪਰ GT ਥਰੂ ਨਹੀਂ ਹੁੰਦੀ ਪਈ। ਅਗੇਨ ਉਹਦਾ ਬੇਸਿਕ ਕਨਸੈਪਟ ਹੋਈ ਹੈ, ਜਦ ਤੁਸੀਂ ਇੱਕ ਐਡਮਿਸ਼ਨ ਕ੍ਰਾਈਟੇਰੀਆ ਦੇਖ ਕੇ ਆਸਟ੍ਰੇਲੀਆ ਅਪਲਾਈ ਕਰੋਗੇ, ਤੁਹਾਡਾ GT ਦੇ ਸਟੇਜ ਤੇ ਆ ਕੇ ਟਾਈਮ ਖਰਾਬ ਹੋਣਾ ਤੈਅ ਹੈ। ਬਿਲਕੁਲ, ਤੁਸੀਂ ਆਸਟ੍ਰੇਲੀਆ ਦੇ ਵਿੱਚ ਆਫਰ ਲੈਣਾ ਜਾਂ ਦੁਨੀਆ 'ਚ ਕਿਤੇ ਵੀ ਆਫਰ ਲੈਣਾ, ਦੋ ਕੰਡੀਸ਼ਨਾਂ ਪੂਰੀਆਂ ਕਰਨੀਆਂ ਹੁੰਦੀਆਂ। ਪਹਿਲੀ ਅਕੈਡਮਿਕ ਕੰਡੀਸ਼ਨ ਕਿ ਤੁਹਾਡੇ ਕੋਲ ਪਰਸੈਂਟੇਜ ਜਾਂ ਨੰਬਰ ਹੈਗੇ ਆ ਉਸ ਯੂਨੀਵਰਸਿਟੀ ਜਾਣ ਲਈ। ਸੈਕੰਡ ਯੂਅਰ ਇੰਗਲਿਸ਼ ਰਿਕੁਆਇਰਮੈਂਟ ਕਿ ਤੁਹਾਡੇ ਕੋਲ ਇੰਗਲਿਸ਼ ਬੋਲਣ ਦੀ ਕਪੈਸਿਟੀ ਹੈਗੀ ਹੈ ਉਸ ਪਾਰਟਿਕੂਲਰ ਕੋਰਸ ਵਾਸਤੇ। ਇਹ ਦੋ ਕੰਡੀਸ਼ਨਾਂ ਤੇ ਹਰੇਕ ਦੁਨੀਆ ਦਾ ਯੂਨੀਵਰਸਿਟੀ ਤੁਹਾਨੂੰ ਆਫਰ ਦੇਗੀ। ਬਟ ਆਸਟ੍ਰੇਲੀਆ ਦੇ ਵਿੱਚ ਇੱਕ ਐਡੀਸ਼ਨਲ ਰਿਕੁਆਇਰਮੈਂਟ ਹੈ GT, ਜਿੱਥੇ ਉਹ ਯੂਨੀਵਰਸਿਟੀ ਤੁਹਾਡਾ ਚੈੱਕ ਕਰਦੀ ਹੈ ਕਿ ਤੁਹਾਡੇ ਕੋਲ ਆਪਣੀ ਫਾਈਨੈਂਸ਼ੀਅਲ ਸਪੋਰਟ ਵਾਸਤੇ ਪੈਸੇ ਹੈਗੇ ਆ, ਕਿ ਤੁਹਾਡੇ ਪਰਿਵਾਰ ਦੀ ਐਨੂਅਲ ਇਨਕਮ ਇੰਨੀ ਹੈਗੀ ਹੈ ਕਿ ਤੁਸੀਂ ਸੈਕੰਡ ਈਅਰ ਔਰ ਥਰਡ ਈਅਰ ਦੀ ਫਾਈਨੈਂਸ਼ੀਅਲ ਸਪੋਰਟ ਦੀ ਜੇ ਲੋੜ ਪੈਂਦੀ ਹੈ ਇੱਥੋਂ ਪੈਸੇ ਮੰਗਵਾ ਸਕੋ। ਪਰਿਵਾਰ 'ਚ ਜੀ ਕਿੰਨੇ ਹੈ ਤੇ ਉਹ ਜਿਹੜਾ ਪੈਸਾ ਆਇਆ ਉਹ ਕਿੱਥੋਂ ਪ੍ਰਕਿਓਰ ਕੀਤਾ ਗਿਆ, ਕਿੱਥੋਂ ਆਇਆ, ਕਿ ਉਹ ਫੜਿਆ ਜਾਂ ਜੈਨੂਅਨ ਤਰੀਕੇ ਨਾਲ ਇਕੱਠਾ ਹੋਇਆ। ਇਹਦੇ ਬਹੁਤ ਸਾਰੇ ਲੌਜੀਕਲ ਪੈਰਾਮੀਟਰ ਹੁੰਦੇ ਨੇ, ਤੁਸੀਂ ਉਹਨੂੰ ਚੈੱਕਲਿਸਟ ਨਹੀਂ ਪਾ ਸਕਦੇ। ਜਿਵੇਂ ਆਪਣੇ ਹਰੇਕ ਦੀ ਜ਼ਿੰਦਗੀ ਦੇ ਕੁਝ ਪਹਿਲੂ ਆਪਣੇ ਪਰਸਨਲ ਹੁੰਦੇ ਨੇ ਤੇ ਆਪਾਂ ਉਸੇ ਤੋਂ ਹੀ ਆਪਰੇਟ ਕਰਦੇ ਹਾਂ। GT ਵੀ ਉਹੀ ਹਿਸਾਬ ਹੈ। ਮੈਂ A ਬੰਦੇ ਦੀ GT ਦੇ ਡਾਕੂਮੈਂਟ ਚੈੱਕਲਿਸਟ B ਨੂੰ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਦੇ ਹਾਲਾਤ ਵੱਖਰੇ ਹੈ। ਕੋਈ ਆਨਲਾਈਨ ਆਪਣੀ ਫਸਲ ਵੇਚਦਾ ਉੱਥੇ ਆੜਤੀ ਨੂੰ, ਕੋਈ ਪੇਪਰ ਤੇ ਫਸਲ ਵੇਚਦਾ ਹੈ, ਕੋਈ ਦੁੱਧ ਡੇਅਰੀ 'ਚ ਪਾਉਂਦਾ ਹੈ, ਕੋਈ ਦੁੱਧ ਘਰੇ ਦੇ ਕੇ ਆਉਂਦਾ ਹੈ, ਕੋਈ ਕਾਰੋਬਾਰ ਕਰਦਾ ਹੈਗਾ ਤੇ ਰਿਟਰਨ ਘੱਟ ਦੀ ਭਰਦਾ ਹੈ, ਕੋਈ ਸੈਲਰੀ ਹੋਣ ਦੇ ਬਾਵਜੂਦ ਵੀ ਫਾਰਮ 16 ਨਹੀਂ ਲੈਂਦਾ ਆਪਣੇ ਡਿਪਾਰਟਮੈਂਟ ਤੋਂ। ਕਿਉਂਕਿ ਜਿਸ ਤਰੀਕੇ ਨਾਲ ਅਸੀਂ ਇੱਕ ਆਪਣੀ ਜ਼ਿੰਦਗੀ ਜੀਣਾ ਗਿੱਝੇ ਹੋਏ ਹਾਂ, ਉਹੀ ਤਰੀਕਾ ਹਾਈ ਕਮਿਸ਼ਨ ਨੂੰ ਜਾਂ ਯੂਨੀਵਰਸਿਟੀ ਨੂੰ ਦਿਖਾਣਾ ਹੈ, ਉਹ ਐਕਚੁਅਲ GT ਹੈ। GT ਉਦੋਂ ਪ੍ਰੋਬਲਮ ਚਾਹੁੰਦੀ ਹੈ ਜਦ A ਬੱਚੇ ਦਾ ਰੂਲ B ਬੱਚੇ ਤੇ ਲਾਇਆ ਜਾਂਦਾ ਹੈ। ਇਹ ਮੈਂ ਪਹਿਲਾਂ ਕੇਸ ਕੀਤਾ ਸੀ, ਹੁਣ ਮੈਂ ਇਹ ਕੇਸ ਤੋਂ ਕੱਢ ਦਾਂਗਾ। ਆਪਣੀ ਜ਼ਿੰਦਗੀਆਂ ਨਹੀਂ ਚੱਲਦੀਆਂ ਤੇ GT ਮੈਂ ਬਿਲਕੁਲ ਨਹੀਂ ਚੱਲਦੀ ਹੈ। ਤਾਂ ਆਸਟ੍ਰੇਲੀਆ ਸਿਰਫ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਕਿ ਐਕਚੁਅਲ ਕਾਗਜ਼ਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਅੱਗੇ ਟੇਬਲ ਤੇ ਰੱਖ ਸਕਦੇ ਨੇ। ਜਿਨ੍ਹਾਂ ਕੋਲ ਕਾਗਜ਼ ਨਹੀਂ ਹੈਗੇ ਕਾਈਂਡਲੀ ਆਸਟ੍ਰੇਲੀਆ ਅਪਲਾਈ ਨਾ ਕਰਨ, ਕਿਉਂਕਿ ਆਪਣਾ ਸਮੇਂ ਜਿਹੜਾ ਹੈ ਬਰਬਾਦ ਕਰਨਗੇ ਤੇ ਪੈਸਾ ਵੀ ਬਰਬਾਦ ਹੁੰਦਾ। ਜਿਵੇਂ ਉਹ ਫੜ ਕੇ ਬੈਠੇ ਪੈਸੇ ਬਹਿ ਜਾਂਦੇ ਨੇ ਫੀਸਾਂ ਲਈ ਜਾਂ ਦਿਖਾਉਣ ਵਾਸਤੇ, ਉਹਦਾ ਵਿਆਜ ਪੈਂਦਾ ਰਹਿੰਦਾ ਹੈ। ਡਾਕੂਮੈਂਟੇਸ਼ਨ ਤੋਂ ਕਹਾਣੀ ਸ਼ੁਰੂ ਕਰੋ। ਜਦੋਂ ਵੀ ਤੁਸੀਂ ਕਾਉਂਸਲਿੰਗ ਕਰਾਉਣ ਜਾਂਦੇ ਹੋ, ਮੇਰੇ ਕੋਲ ਆਹ ਡਾਕੂਮੈਂਟੇਸ਼ਨ ਅਵੇਲੇਬਲ ਹੈ ਕਿ ਆਸਟ੍ਰੇਲੀਆ ਬੰਦ ਹੈ, ਜੇ ਬੰਦ ਹੈ ਤਾਂ ਮੈਨੂੰ ਕੀ ਹੋਰ ਐਡੀਸ਼ਨਲ ਡਾਕੂਮੈਂਟੇਸ਼ਨ ਆਪਣੇ ਘਰੋਂ ਇਕੱਠੇ ਕਰਨੇ ਪੈਣਗੇ, ਮੈਨੂੰ ਉਹਦੀ ਰਾਏ ਦਿਓ।
ਜੀ only then Australia will be successful and Australia ਇਸ ਟਾਈਮ ਤੇ ਨਾ I'll say ਜੇ ਆਪਾਂ ਤੁਸੀਂ ESS ਦਾ Facebook page ਦੇਖਿਆ ਹੋਵੇ last week we have updated a news Australia ਅੱਜ ਇੰਡੀਆ ਦੀ ਪੋਪੂਲੇਸ਼ਨ ਨੰਬਰ 1 ਬਣ ਚੁੱਕੀ ਹੈ ਫੋਰਨ ਬੌਰਨ ਵਾਲਿਆਂ ਦੀ ਦੈਟ ਮੀਨਸ ਸਾਡਾ ਡੋਮੀਨੈਂਸ ਉੱਥੇ ਵੱਧਦਾ ਜਾ ਰਿਹਾ ਹੈ ਆਪਾਂ ਸਿਸਟਮ ਦੇ ਵਿੱਚ ਰਹਿ ਕੇ ਆਸਟ੍ਰੇਲੀਆ ਦੇ ਵਿੱਚ ਨੰਬਰ 1 ਪੋਪੂਲੇਸ਼ਨ ਤੇ ਪਹੁੰਚ ਚੁੱਕੇ ਹੈਗੇ ਆ ਜਿਹੜੇ ਆਸਟ੍ਰੇਲੀਆ 'ਚ ਬੌਰਨ ਨਹੀਂ ਹੈਗੀ ਦੈਟ ਇਜ਼ ਵਨ ਆਫ ਦਾ ਸਪੈਸ਼ਲ ਫੀਚਰਸ ਉਹ ਆਰਟੀਕਲ ਤੋਂ ਬਾਅਦ ਇੱਕ ਹੋਰ ਆਰਟੀਕਲ ਆਇਆ ਜਿਹੜਾ ਅਸੀਂ ਪੋਸਟ ਕੀਤਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਦੈਟ ਸੇਜ਼ ਆਸਟ੍ਰੇਲੀਅਨ ਜਿਹੜੀ ਇਮੀਗ੍ਰੇਸ਼ਨ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਰੈਗੂਲੇਸ਼ਨ ਲੈ ਕੇ ਆ ਰਹੀ ਹੈ ਜਿਹੜਾ ਕਿ PR ਸੌਖੀ ਕਰੇਗਾ 1,60,000 ਬੱਚਿਆਂ ਤੋਂ ਵਧਾ ਕੇ ਕੋਟਾ 2 ਲੱਖ ਪਰ ਐਨਮ ਕਰ ਦਿੱਤਾ ਗਿਆ ਹੈਗਾ ਜਿਹਦੀ ਗੱਲਾਂ ਬਾਤਾਂ ਉੱਥੇ ਚੱਲਦੀਆਂ ਪਈਆਂ ਤੇ ਕਿਸੇ ਟਾਈਮ ਵੀ ਫਾਈਨਲਾਈਜ਼ ਹੋ ਜਾਏਗਾ ਅਗੇਨ ਇਹ ਕਿਉਂ ਹੈ ਕਿਉਂਕਿ ਉਹਨਾਂ ਨੂੰ ਅੱਜ ਆਸਟ੍ਰੇਲੀਆ ਦੇ ਵਿੱਚ ਸਟੂਡੈਂਟਸ ਦੀ ਲੋੜ ਹੈ ਮੇਰੀ ਮੰਨੋ ਜਾਂ ਮੈਂ ਜੋ ਐਕਸਪੀਰੀਅੰਸ ਆਪਣਾ ਸ਼ੇਅਰ ਕਰਾਂ ਮੈਨੂੰ ਲੱਗਦਾ 2007 8 9 ਵਾਲਾ ਟਾਈਮ ਦੁਬਾਰਾ ਆਉਣ ਵਾਲਾ ਹੈ ਜਦ ਇੱਥੋਂ ਲੋਕੀ ਡਿਪਲੋਮਿਆਂ 'ਚ ਭਰ ਜਾਂਦੇ ਸੀਗੇ ਕੋਈ ਵੀ ਪ੍ਰੋਫਾਈਲ ਨੂੰ ਤਰੀਕੇ ਨਾਲ ਪੇਸ਼ ਕੀਤਾ ਜਾਵੇ ਤੇ ਵੀਜ਼ਾ ਆਂਦਾ ਸੀ ਅੱਜ ਉਹੀ ਟਾਈਮ ਡਿਗਰੀਆਂ ਦਾ ਆਉਣ ਵਾਲਾ ਹੈ ਹਾਇਰ ਐਜੂਕੇਸ਼ਨ ਦਾ ਟਾਈਮ ਹੋਏਗਾ ਡਿਪਲੋਮਾ ਦਾ ਨਹੀਂ ਹੋਏਗਾ ਬਟ ਅਗਲੇ 2 ਸਾਲ ਆਸਟ੍ਰੇਲੀਆ ਬਹੁਤ ਉੱਤੇ ਜਾਏਗਾ 2025 ਤੱਕ ਬੜੀ ਕਲੀਅਰ ਕੈਲਕੂਲੇਸ਼ਨ ਐਂਡ ਮਾਈ ਐਕਸਪੀਰੀਅੰਸ ਦੈਟਸ ਵਾਈ ਆਮ ਸੇਇੰਗ ਸੋ ਜੀ ਬਿਲਕੁਲ ਸੋ ਜਿਹੜੇ ਵੀ ਸਟੂਡੈਂਟਸ ਇਹ ਸ਼ੋਅ ਵੇਖ ਰਹੇ ਨੇ ਤੁਸੀਂ ਵੀ ਅੱਗੋਂ ਨੈਕਸਟ ਇਨਟੇਕ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਕੋਈ ਸਵਾਲ ਨਹੀਂ ਤਾਂ ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ ESS ਗਲੋਬਲ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ ਚੰਗੀ ਸਲਾਹ ਚੰਗੀ ਗਾਈਡੈਂਸ ਦੇ ਨਾਲ ਸਹੀ ਡਿਸੀਜਨ ਲੈ ਕੇ ਤੁਸੀਂ ਵੀ ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ ਸਰ ਤੁਸੀਂ ਜੁਲਾਈ ਇਨਟੇਕ ਦੀ ਗੱਲ ਕੀਤੀ ਬਹੁਤ ਵਧੀਆ ਗਿਆ ਹੁਣ ਜਿਹੜੇ ਸਟੂਡੈਂਟ ਅਪਲਾਈ ਕਰਨਾ ਚਾਹ ਰਹੇ ਨੇ ਹੁਣ ਕਿਹੜੇ ਇਨਟੇਕ ਦੀ ਤਿਆਰੀ ਕਰ ਸਕਦੇ ਨੇ ਕਿਹੜੇ ਇਨਟੇਕ 'ਚ ਉਹਨਾਂ ਨੂੰ ਸੀਟ ਮਿਲ ਸਕਦੀ ਹੈ ਦੇਖੋ ਇਹਨੂੰ 2 ਹਿੱਸਿਆਂ 'ਚ ਵੰਡਦੇ ਆ ਜੀ ਪਹਿਲਾ 2021 ਪਾਸ ਆਊਟ ਕਲਾਸ 12th ਜੇ ਤੁਹਾਡੇ ਕੋਲ ਐਡਮਿਸ਼ਨ ਨਹੀਂ ਲਿੱਤੀ ਤੁਸੀਂ 2021 ਪਾਸ ਹੋਣ ਦੇ ਬਾਵਜੂਦ ਇੰਡੀਆ 'ਚ ਐਡਮਿਸ਼ਨ ਨਹੀਂ ਲਿੱਤੀ ਤੁਹਾਡਾ ਅਕਤੂਬਰ ਨਵੰਬਰ ਇਨਟੇਕ ਅਖੀਰਲਾ ਹੋਏਗਾ ਜਿੱਥੋਂ ਤੁਸੀਂ ਬਗੈਰ ਐਡਮਿਸ਼ਨ ਤੋਂ ਅਪਲਾਈ ਕਰ ਸਕਦੇ ਹੋ ਐਡਮਿਸ਼ਨ ਮਤਲਬ ਇੰਡੀਆ ਵਿੱਚ ਲੈਣ ਦੀ ਲੋੜ ਨਹੀਂ ਹੈਗੀ ਅੱਜ ਜੇ ਤੁਸੀਂ ਐਕਸ਼ਨ ਲਵੋ ਅਕਤੂਬਰ ਨਵੰਬਰ ਇਨਟੇਕ ਮਿਸ ਨਹੀਂ ਕਰਨਾ ਚਾਹੀਦਾ ਅਗੇਨ ਇਹਨਾਂ ਦਾ ਪਰਸੈਂਟੇਜ ਜਿਹੜਾ ਹੈ CBSE ਪਾਸ ਆਊਟ ਹੋ 60% ਹੋਣਾ ਚਾਹੀਦਾ ਅਕੈਡਮਿਕ 4 ਦੇ ਵਿੱਚ ਪੰਜਾਬ ਸਕੂਲ ਹਰਿਆਣਾ ਬੋਰਡ ਔਰ ਰਾਜਸਥਾਨ ਬੋਰਡ ਸਟੇਟ ਬੋਰਡ ਬੇਸਿਕਲੀ 65% ਇਨ ਅਕੈਡਮਿਕ 4 ਫਿਰ ਤੁਹਾਡੀ ਐਡਮਿਸ਼ਨ ਦੇ ਚਾਂਸ ਹੈਗੇ ਆਇਲਸ ਓਵਰਆਲ 6 not less than 5.5 ਫਿਰ ਤੁਹਾਡੀ ਐਡਮਿਸ਼ਨ ਦੇ ਚਾਂਸ ਹੈ ਜੇ ਤੁਸੀਂ 2021 ਪਾਸ ਆਊਟ ਹੋ ਪਰ ਇਸ ਸਾਲ ਤੁਸੀਂ ਇੱਥੇ ਐਡਮਿਸ਼ਨ ਲੈ ਲਈ ਹੈ ਜਾਂ ਐਡਮਿਸ਼ਨ ਦਾ ਵਿਚਾਰ ਬਣਾ ਰਹੇ ਹੋ ਵੀ ਇੰਡੀਆ ਵਿੱਚ ਕਰਨਾ ਹੈ ਕੁਝ ਡਿਗਰੀ ਉਹੀ ਡਿਗਰੀ ਜਿੱਥੇ ਮੈਂ ਆਸਟ੍ਰੇਲੀਆ 'ਚ ਪਲਾਨ ਕਰਦਾ ਪਿਆ ਤਾਂ ਉਹਨਾਂ ਸਟੂਡੈਂਟਸ ਵਾਸਤੇ ਜਨਵਰੀ ਔਰ ਫੈਬਰੂਰੀ ਇਨਟੇਕ ਵੀ ਅਵੇਲੇਬਲ ਹੈਗਾ 2023 ਦਾ ਆਸਟ੍ਰੇਲੀਆ ਦੇ ਵਿੱਚ ਅੰਡਰਸਟੈਂਡ ਕਰੋ ਇੱਕ ਚੀਜ਼ ਜਿਹੜੀ GT ਹੈ ਆਸਟ੍ਰੇਲੀਆ ਦੇ ਵਿੱਚ ਉਹ ਤੁਹਾਨੂੰ 12 ਮਹੀਨੇ ਤੋਂ ਉੱਤੇ ਗੈਪ ਵਿਦਆਊਟ ਡਾਕੂਮੈਂਟੇਸ਼ਨ ਮੰਨਣ ਨੂੰ ਮਨਾ ਕਰ ਦਿੰਦੇ ਨੇ ਬੇਸਿਕਲੀ ਦੈਟ ਇਹ ਗੈਪ ਨਹੀਂ ਹੈਗਾ ਇਹ ਤੁਹਾਡੀ ਇੱਛਾ ਹੈ ਤੁਸੀਂ ਆਲਸ ਕਰਦੇ ਰਹੇ ਸਾਲ ਤੁਸੀਂ ਇੱਕ ਕੰਟਰੀ ਦੀ ਵੀਜ਼ਾ ਦੀ ਅਵੇਟ ਕਰਦੇ ਰਹੇ ਤੇ ਹੁਣ ਦੂਜੇ ਕੰਟਰੀ ਜਾਣੇ ਪਏ ਕਿਉਂਕਿ ਰਿਜੈਕਸ਼ਨ ਆ ਗਿਆ ਕੋਈ ਗਲਤ ਗੱਲ ਨਹੀਂ ਉਹਦੇ ਵਿੱਚ ਬਟ ਉੱਥੇ ਕਨਵਿੰਸ ਕੀ ਕਰਨਾ ਪੈਂਦਾ ਮੰਨ ਲਓ ਤੁਸੀਂ ਕੈਨੇਡਾ ਤੋਂ ਰਿਫਿਊਜ਼ ਹੋ ਉੱਥੇ ਗਏ ਸੀ ਡਿਪਲੋਮਾ ਕਰਨ ਡਿਪਲੋਮਾ ਆਫ ABC ਆਸਟ੍ਰੇਲੀਆ ਡਿਪਲੋਮੇ ਨਹੀਂ ਹੁੰਦੇ ਤੁਸੀਂ ਉੱਥੇ ਆ ਕੇ ਡਿਗਰੀ ਕਰਨ ਤਾਂ ਡਿਪਲੋਮੇ ਦਾ ਮਾਈਂਡਸੈਟ ਨੂੰ ਬਦਲ ਕੇ ਡਿਗਰੀ ਦਾ ਮਾਈਂਡਸੈਟ ਜਦ ਹੋਇਆ ਉਹਨੂੰ ਐਕਸਪਲੇਨ ਕਰਨਾ ਪਏਗਾ ਰਿਜੈਕਸ਼ਨ ਇਜ਼ ਨਾਟ ਅ ਕੰਸਰਨ ਐਜ਼ ਲੌਂਗ ਐਜ਼ ਉਹ ਜਾਲੀ ਕਾਗਜ਼ਾਂ ਤੇ ਨਹੀਂ ਆਇਆ ਐਜ਼ ਲੌਂਗ ਐਜ਼ ਤੁਹਾਡਾ ਬੈਨ ਨਹੀਂ ਲੱਗਿਆ ਰਿਜੈਕਸ਼ਨ ਪ੍ਰੋਬਲਮ ਹੈ ਹੀ ਨਹੀਂ ਬਟ ਉਹ ਸ਼ਿਫਟ ਜਿਹੜਾ ਹੈਗਾ ਡਿਪਲੋਮਾ ਟੂ ਡਿਗਰੀ ਉਹ ਐਕਸਪਲੇਨੇਸ਼ਨ ਜਿਹੜੀ ਹੈ ਉਹ ਇੰਟਰਵਿਊ ਵਿੱਚ ਵੀ ਜਾਣੀ ਹੈ ਤੇ SOP ਵਿੱਚ ਵੀ ਜਾਣੀ ਹੈ ਜੀ ਹੁਣ ਆ +2 ਵਾਲਾ ਦਾ ਅਗਲਾ ਇਨਟੇਕ ਬੜਾ ਕ੍ਰੂਸ਼ਲ ਹੈ ਆਈਦਰ ਅਕਤੂਬਰ ਨਵੰਬਰ ਔਰ ਜਨ ਫੈਬਰੂਰੀ जुलाई will not happen for 2021 ਪਾਸ ਆਊਟ ਵਾਲੇ ਬੱਚੇ ਜੁਲਾਈ ਇਨਟੇਕ ਤਾਂ ਬਿਲਕੁਲ ਵੀ ਐਡਮਿਸ਼ਨ ਨਹੀਂ ਮਿਲਣੀ ਇਹਨਾਂ ਨੂੰ ਕਿਉਂਕਿ ਗੈਪ ਬੜਾ ਵੱਡਾ ਹੋ ਜਾਣਾ ਹੈ ਬਿਲਕੁਲ ਸੈਕਿੰਡ ਆ ਜਾਂਦਾ ਕ੍ਰਾਈਟੇਰੀਆ ਜਿਨ੍ਹਾਂ ਨੇ ਬੈਚਲਰ ਕੀਤੀ ਹੈ ਇੱਥੇ ਐਂਡ ਉਹ ਮਾਸਟਰਸ ਕਰਨ ਜਾਣ ਲੱਗੇ ਨੇ ਉਹਨਾਂ ਵਾਸਤੇ ਸਭ ਤੋਂ ਮੇਨ ਹੈ ਆਪਣੀ ਪਰਸੈਂਟੇਜ ਤੁਸੀਂ ਸੈਕਸ਼ਨ 1 ਤੋਂ ਹੈਗੇ ਹੋ 55 ਸੈਕਸ਼ਨ 2 ਤੋਂ ਹੈਗੇ ਹੋ 55 ਸੈਕਸ਼ਨ 3 ਯੂਨੀਵਰਸਿਟੀ ਤੋਂ ਪਾਸ ਆਊਟ ਹੋ ਦੈਟ ਇਜ਼ 60% ਔਰ ਫਸਟ ਡਿਵੀਜ਼ਨ ਬੇਸਿਕਲੀ ਐਂਡ ਆਇਲਸ ਬੜਾ ਮੇਨ ਹੈ 6 5.5 ਔਰ 6 ਈਚ ਦੇ ਨਾਲ ਸਟੂਡੈਂਟਸ ਦੀ ਮਾਰਕੀਟ ਭਰੀ ਪਈ ਹੈ ਕਿਉਂਕਿ ਉਹਦਾ ਕੈਨੇਡਾ ਰਿਫਿਊਜ਼ਲ 6 ਈਚ ਤੋਂ ਹੋਇਆ ਅੱਜ ਕਿਤੇ ਨਾ ਕਿਤੇ ਉਹ ਬੈਕਅਪ ਲੈਂਦਾ ਪਿਆ ਹੈਗਾ ਆਸਟ੍ਰੇਲੀਆ ਔਰ UK ਦਾ ਆਸਟ੍ਰੇਲੀਆ ਦੇ ਵਿੱਚ 6 ਈਚ ਐਕਸੈਪਟੇਬਲ ਹੈ ਬਟ ਹੈਂਡਫੁੱਲ ਆਫ ਯੂਨੀਵਰਸਿਟੀਜ਼ ਜੇ 43 ਹਾਇਰ ਐਜੂਕੇਸ਼ਨ ਤੋਂ ਜੇ ਤੁਹਾਨੂੰ ਸਿਰਫ 4 ਯੂਨੀਵਰਸਿਟੀਆਂ ਹੀ ਐਕਸੈਪਟ ਕਰਨਗੀਆਂ ਕਿਉਂਕਿ ਤੁਹਾਡਾ 6 ਈਚ ਹੈ ਤਾਂ ਤੁਸੀਂ ਉਹਦੀ GT ਦੇਖ ਕੇ ਅਪਲਾਈ ਕਰਨਾ ਜੀ ਆਫਰ ਲੈਟਰ ਲਈ ਤੁਸੀਂ ਅਪਲਾਈ ਨਹੀਂ ਕਰਨਾ GT ਕਲੀਅਰ ਕਰਕੇ ਫੀਸ ਦੇਣ ਲਈ ਅਪਲਾਈ ਕਰਨਾ ਹੈਗਾ ਤਾਂ ਆਹ ਕੁਝ ਬੇਸਿਕ ਪੈਰਾਮੀਟਰ ਜਿੱਥੋਂ ਤੁਸੀਂ ਆਪਣੀ ਐਡਮਿਸ਼ਨ ਨੂੰ
ਐਂਡ ਆਸਟ੍ਰੇਲੀਆ ਦੇ ਡਿਸੀਜਨ ਨੂੰ ਗੇਜ ਕਰ ਸਕਦੇ ਹੈਗੇ। ਜਿਨ੍ਹਾਂ ਦਾ ਗੈਪ ਹੈਗਾ ਆਪਣੇ ਗ੍ਰੈਜੂਏਸ਼ਨ ਤੋਂ ਬਾਅਦ, ਉਹ 4-5 ਸਾਲ ਦਾ ਗੈਪ ਵੀ ਜੇ ਹੈ ਉਹ ਜਸਟੀਫਾਈ ਕਰ ਸਕਦੇ ਆ ਆਪਣਾ ਇੰਪਲੋਇਮੈਂਟ ਦੇ ਨਾਲ, ਔਰ ਐਨੀ ਅਦਰ ਐਕਟੀਵਿਟੀ ਜੋ ਉਹਨਾਂ ਨੇ ਕੀਤੀ ਹੈ ਸਿਵਾਏ ਮਤਲਬ ਵਿਆਹ ਹੋ ਗਿਆ ਘਰੇ ਬੈਠ ਗਏ ਜਾਂ ਬੇਬੀ ਹੋ ਗਿਆ ਘਰੇ ਬੈਠ ਗਏ, ਇਹ ਐਕਟੀਵਿਟੀ ਨਹੀਂ ਮੰਨੀ ਜਾਂਦੀ ਕਿਉਂਕਿ ਦਿਸ ਇਜ਼ ਨਾਟ ਵਾਟ ਦੇ ਵਾਂਟ ਟੂ ਹੇਅਰ। ਤੁਸੀਂ ਸਟੂਡੈਂਟ ਮੰਨੇ ਹੀ ਨਹੀਂ ਜਾਓਗੇ ਜੇ ਐਡਾ ਵੱਡਾ ਗੈਪ ਆਏਗਾ ਵਿਦਆਊਟ ਕੁਝ ਕੀਤੇ ਹੋਏ। ਉਹ ਆਪਣੇ ਗੈਪ ਜਸਟੀਫਾਈ ਕਰਕੇ ਆਉਣ ਵਾਲਾ ਇਨਟੇਕ ਫੈਬਰਰੀ ਅਪਲਾਈ ਕਰ ਸਕਦੇ ਨੇ। ਦੈਟ ਇਜ਼ ਨਾਟ ਅ ਇਸ਼ੂ ਐਟ ਆਲ। ਜੀ 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 ਬਿਲਕੁਲ। ਹਾਲਾਂਕਿ ਹੁਣ ਕੈਨੇਡਾ ਬਾਰੇ ਵੀ ਗੱਲ ਕਰਨੀ ਹੈ, ਪਰ ਇੱਕ ਸਵਾਲ ਹੋਰ ਆਸਟ੍ਰੇਲੀਆ ਬਾਰੇ ਮੈਂ ਕਰਨਾ ਚਾਹੂੰਗੀ ਕਿ ਅਗਰ ਆਪਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ, ਕੈਨੇਡਾ ਵਿੱਚ ਆਲਰੇਡੀ ਪ੍ਰੋਸੈਸਿੰਗ ਟਾਈਮ ਬਹੁਤ ਚੱਲ ਰਿਹਾ ਹੈ, ਆਸਟ੍ਰੇਲੀਆ ਵਿੱਚ ਕਿੰਨਾ ਕੁ ਆਪਾਂ ਪ੍ਰੋਸੈਸਿੰਗ ਟਾਈਮ ਮੰਨ ਕੇ ਚੱਲ ਸਕਦੇ ਹਾਂ ਤਾਂ ਕਿ ਸਟੂਡੈਂਟਸ ਇੱਕ ਐਸਟੀਮੇਟ ਲਗਾ ਸਕਣ ਕਿ ਉਹਨਾਂ ਨੇ ਅਪਲਾਈ ਕਰਨਾ ਤਾਂ ਟਾਈਮਲੀ ਅਪਲਾਈ ਕਰ ਸਕਣ? ਦੇਖੋ ਪੂਰਾ ਜਿਹੜਾ ਫਰਮ ਡੇ 1 ਟੂ ਹਾਈ ਕਮਿਸ਼ਨ ਦਾ ਜਿਹੜਾ ਟਾਈਮ ਹੈਗਾ, ਅਸੀਂ ਆਪਣਾ ਟਾਰਗੇਟ ਲੈ ਕੇ ਚੱਲਦੇ 90 ਦਿਨਾਂ ਦੇ ਵਿੱਚ ਅੰਬੈਸੀ ਜਾਈਏ। ਇਸ ਟਾਈਮ ਅੰਬੈਸੀ ਦਾ ਜਿਹੜਾ ਟਾਈਮ ਲਿਖਤ ਚ ਆ ਰਿਹਾ ਵੈਬਸਾਈਟ ਤੇ ਦੈਟ ਇਜ਼ 109 ਦਿਨ। ਓਕੇ। ਹਾਊਐਵਰ ਜਿਹੜੇ ਗ੍ਰਾਂਟ ਆ ਰਹੇ ਆ ਉਹ 60ਵੇਂ ਜਾਂ 63ਵੇਂ ਦਿਨ ਆ ਰਹੇ ਨੇ, ਠੀਕ ਹੈ। ਬਟ ਆਉਣ ਵਾਲੇ ਟਾਈਮ ਚ ਦੇ ਵਿਲ ਬੀ ਲੈਸ ਕਿਉਂਕਿ ਉਹ ਫਲੋ ਵਿੱਚ ਆਉਂਦੇ ਪਏ ਨੇ ਹੌਲੀ ਹੌਲੀ। ਬਟ ਇੱਕ ਸਟੂਡੈਂਟ ਵਾਸਤੇ ਆਈ ਬਿਲੀਵ ਸੈਪਟੈਂਬਰ 30th ਔਰ ਅਕਤੂਬਰ 15 ਵਿਲ ਬੀ ਦਾ ਰਾਈਟ ਟਾਈਮ ਜਿੱਥੇ ਉਹ ਜਨਵਰੀ ਫਰਵਰੀ ਨੂੰ ਆਪਣਾ ਬੰਦ ਕਰੇਗਾ। ਜੀ। ਅਕਤੂਬਰ ਨਵੰਬਰ ਅਪਲਾਈ ਕਰਨਾ ਹੈ, ਅਗਸਤ ਔਰ ਸੈਪਟੈਂਬਰ 10 ਤਰੀਕ ਸ਼ੁੱਡ ਬੀ ਦਾ ਲਾਸਟ ਟਾਈਮ ਜਿੱਥੇ ਤੁਸੀਂ ਆਪਣੀ ਫਾਈਲ ਨੂੰ ਪ੍ਰੋਸੈਸ ਚ ਪਾ ਕੇ GT ਵਾਲੇ ਪਾਸੇ ਜਾਣਾ ਸ਼ੁਰੂ ਕਰੋਗੇ। ਇਹ ਸਾਰੇ ਪੈਰਾਮੀਟਰ ਲਾ ਕੇ 45-50 ਦਿਨ ਮੈਂ ਇਸ ਲਈ ਹਾਈਲਾਈਟ ਕਰ ਰਿਹਾ ਅਕਤੂਬਰ ਇਨਟੇਕ ਵਾਸਤੇ ਕਿਉਂਕਿ ESS ਕੋਲ 15 ਦਿਨਾਂ ਦੇ ਵਿੱਚ GT ਕਲੀਅਰ ਕਰਨ ਵਾਲੀ ਯੂਨੀਵਰਸਿਟੀਜ਼ ਨੇ। ਜੇ ਤੁਹਾਡਾ ਫੰਡ ਆਰਗੇਨਾਈਜ਼ ਹੈ ਤੁਸੀਂ ਇੰਟਰਵਿਊ ਤਿਆਰੀ ਹਫਤੇ ਵਿੱਚ ਕਰ ਸਕਦੇ ਹੋ ਸਾਡੇ ਨਾਲ ਮਿਹਨਤ ਕਰਕੇ। ਅਕਤੂਬਰ ਨਵੰਬਰ ਇਨਟੇਕ ਤੁਸੀਂ ਕੰਪਿਊਟਰ ਗ੍ਰੈਜੂਏਟ ਹੋ, BTech CSE ਕੀਤੀ ਹੈ, BSc IT ਕੀਤੀ ਹੈ, MCA ਕੀਤੀ ਹੈ ਔਰ ਕਲਾਸ 12th ਕਾਮਰਸ ਨਾਨ ਮੈਡੀਕਲ ਕੀਤਾ ਹੈਗਾ, 15 ਦਿਨਾਂ ਦੇ ਵਿੱਚ GT ਥਰੂ ਕਰਕੇ ਤੁਸੀਂ ਫਾਈਲ ਹਾਈ ਕਮਿਸ਼ਨ ਲਾ ਸਕਦੇ ਹੈਗੇ ਹੋ। ਆਪਣੇ ਸਪਾਊਸ ਦੇ ਨਾਲ ਲਾ ਸਕਦੇ ਹੈਗੇ ਹੋ। 6 ਮਹੀਨੇ ਤੋਂ ਘੱਟ ਦਾ ਵੀ ਵਿਆਹ ਹੈ ਤਾਂ ਵੀ ਲਾ ਸਕਦੇ ਹੈਗੇ ਹੋ। ਤਾਂ ਇਹ ਅਕਤੂਬਰ ਨਵੰਬਰ ਇਨਟੇਕ ਉਹਨਾਂ ਵਾਸਤੇ ਹੈ ਬੇਸਿਕਲੀ। ਅਦਰਵਾਈਜ਼ ਆਪਣੇ ਆਪ ਨੂੰ ਪਲੈਨਿੰਗ ਕਰੋ ਐਂਡ ਅਗਲੇ ਇਨਟੇਕ ਫੈਬਰਰੀ ਲਈ ਅਪਲਾਈ ਕਰੋ। ਟੈਕਨੀਕਲੀ 16 ਹਫ਼ਤੇ ਦਾ ਟਾਈਮ ਤੁਸੀਂ ਆਪਣੇ ਆਪ ਨੂੰ ਦੇ ਕੇ ਚੱਲਣਾ ਹੈ ਐਜ਼ ਅ ਡੈਡਲਾਈਨ ਟੂ ਅਪਲਾਈ ਫॉर ਨੈਕਸਟ ਇਨਟੇਕ। ਜੀ 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 ਬਿਲਕੁਲ। ਇਸੇ ਲਈ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਤਾਂ ਕਿ ਤੁਸੀਂ ਜਲਦਬਾਜ਼ੀ ਵਿੱਚ ਕੋਈ ਗਲਤ ਡਿਸੀਜਨ ਨਾ ਲਓ ਤੇ ਤੁਹਾਨੂੰ ਰਿਫਿਊਜ਼ਲ ਫੇਸ ਨਾ ਕਰਨੀ ਪਵੇ। ਸਹੀ ਅੱਛਾ ਕੰਸਲਟੈਂਟ ਹੀ ਤੁਹਾਨੂੰ ਜੋ ਹੈ ਸਹੀ ਸਲਾਹ ਦੇਣਗੇ ਕਿ ਕਿਸ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਵੇਂ ਆਪਾਂ ਨੂੰ ਕਿਸ ਪ੍ਰੋਸੀਜਰ ਦੇ ਨਾਲ ਅੱਗੇ ਵਧਣਾ ਚਾਹੀਦਾ। ਆਸਟ੍ਰੇਲੀਆ ਬਾਰੇ ਆਪਾਂ ਗੱਲ ਕੀਤੀ ਹੈ, ਕੈਨੇਡਾ ਬਾਰੇ ਵੀ ਬਹੁਤ ਸਾਰੇ ਸਵਾਲ ਤੁਹਾਡੇ ਸਾਰਿਆਂ ਦੇ ਸਾਡੇ ਤੱਕ ਆਏ ਹੋਏ ਨੇ, ਸੋ ਇਸ ਕਰਕੇ ਕੈਨੇਡਾ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਸਰ ਬਹੁਤ ਟਾਈਮ ਤੋਂ ਆਪਾਂ ਸੋਸ਼ਲ ਮੀਡੀਆ ਤੇ ਵੀ ਕਹਿ ਲਈਏ ਰਿਊਮਰਸ ਨੇ, ਅਫਵਾਹਾਂ ਨੇ ਕਿ ਕੈਨੇਡਾ ਨੇ ਜੀ ਸਟੱਡੀ ਵੀਜ਼ਾ ਕਲੋਜ਼ ਕਰ ਦਿੱਤੇ, ਹੁਣ ਜੋ ਉੱਥੇ ਐਡਮਿਸ਼ਨਸ ਨਹੀਂ ਹੋਣੀਆਂ। ਇਹਦੇ ਪਿੱਛੇ ਜ਼ਰੂਰ ਚਾਹਾਂਗੇ ਕਿ ਇਹ ਕਲੀਅਰ ਕੀਤਾ ਜਾਏ ਤਾਂ ਕਿ ਸਟੂਡੈਂਟਸ ਜਿਹੜੇ ਡਰ ਰਹੇ ਨੇ ਕਿ ਹੁਣ ਅਸੀਂ ਅਪਲਾਈ ਕਰੀਏ ਨਾ ਕਰੀਏ, ਇੱਕ ਵਿਜ਼ਨ ਉਹਨਾਂ ਦਾ ਵੀ ਕਲੀਅਰ ਹੋਵੇ। ਦੇਖੋ ਮੈਮ ਇਹ ਕਦੇ ਵੀਜ਼ਾ ਬੰਦ ਨਹੀਂ ਹੁੰਦੇ, ਕਦੇ ਖੁੱਲਦੇ ਨਹੀਂ ਹੈ। ਐਸ ਲੌਂਗ ਐਸ ਮੈਂ ਉਸ ਪ੍ਰੋਟੋਕਾਲ ਦੇ ਵਿੱਚ ਆ ਰਿਹਾ, ਮੈਂ ਵੀਜ਼ਾ ਲੈਣ ਦੇ ਕਾਬਲ ਹਾਂ ਤਾਂ ਵੀਜ਼ਾ ਆਏਗਾ। ਕੈਨੇਡਾ ਦੇ ਵਿੱਚ ਹਜੇ ਵੀ ਤੁਸੀਂ ਐਡਮਿਸ਼ਨ ਲੈਣ ਜਾਓ ਤੁਹਾਨੂੰ ਅਗਲੇ ਸਾਲ ਮਈ ਔਰ ਸੈਪਟੈਂਬਰ ਇਨਟੇਕ ਦਾ ਮਿਲੇਗਾ। ਜੇ ਉੱਥੇ ਵੀਜ਼ੇ ਨਾ ਲੱਗਦੇ ਹੁੰਦੇ ਜਾਂ ਇੰਨਾ ਪਪੂਲੈਰਿਟੀ ਆਪਣੀ ਖੋ ਚੁੱਕਿਆ ਹੁੰਦਾ ਤਾਂ ਜਨਵਰੀ ਇਨਟੇਕ ਖਾਲੀ ਪਿਆ ਹੁੰਦਾ ਕਿਉਂਕਿ ਜੇ ਸਾਰੀ ਦੁਨੀਆ ਹੀ ਆਸਟ੍ਰੇਲੀਆ UK ਵਾਲੇ ਪਾਸੇ ਹੋ ਗਈ ਤਾਂ ਕੈਨੇਡਾ ਖਾਲੀ ਹੁੰਦਾ। ਬਟ ਇਹ ਜੀ ਗੱਲ ਹੀ ਹੈ ਨਹੀਂ, ਉਹ ਹਜੇ ਵੀ ਮਈ ਤੋਂ ਬਾਅਦ ਸੈਪਟੈਂਬਰ ਦੀ ਐਡਮਿਸ਼ਨਾਂ ਚਾਲੂ ਕਰ ਚੁੱਕੇ ਨੇ। ਓਨਲੀ ਥਿੰਗ ਵਟ ਹੈਪਨਡ ਇਨ ਲਾਸਟ 2 years ਇਜ਼ ਕੈਨੇਡਾ ਕੋਵਿਡ ਤੋਂ ਪਹਿਲਾਂ ਬੇਸਿਕਲੀ ਚੱਲਦਾ ਸੀਗਾ ਆਲਸ ਦੇ ਉੱਤੇ, SDS ਕੁਆਲੀਫਾਈਂਗ। ਜਦ ਕੋਵਿਡ ਆਇਆ ਆਲਸ ਸੈਂਟਰ ਬੰਦ ਹੋਏ, ਆਲਸ ਦੇ ਐਗਜ਼ਾਮੀਨੇਸ਼ਨ ਬੰਦ ਹੋਈ, ਸਭ ਤੋਂ ਪਹਿਲਾਂ PT ਚਾਲੂ ਹੋਇਆ। PT ਲੋਕਾਂ ਨੇ ਦਿੱਤਾ ਤੇ ਫਾਈਲਾਂ ਲਾਈਆਂ। ਹੁਣ SDS ਨਾਨ SDS ਸਕਸੈਸ ਦਾ ਫਰਕ ਹਮੇਸ਼ਾ ਹੀ ਰਹਿੰਦਾ ਹੈਗਾ, ਇਟਸ ਅ ਕੈਟੇਗਰੀ। ਜੇ ਉਹਨਾਂ ਦਾ ਕੋਟਾ, ਇੱਥੇ ਮੈਂ ਹਾਈਪੋਥੈਟੀਕਲ ਫਿਗਰ ਦੇ ਰਿਹਾ, ਜੇ ਉਹਨਾਂ ਦਾ ਕੋਟਾ ਮੰਨ ਲਓ 1.5 ਲੱਖ ਵੀਜ਼ਾ ਦਾ ਹੈ, ਪਹਿਲਾਂ 2.5 ਲੱਖ ਐਪਲੀਕੇਸ਼ਨ ਜਾਂਦਾ ਸੀਗਾ ਜਿਹੜਾ ਆਲਸ ਵਾਲਾ ਜ਼ਿਆਦਾ ਹੁੰਦਾ ਸੀਗਾ, 1.5 ਲੱਖ ਵੀਜ਼ਾ ਉਸ ਚੋਂ ਆਉਂਦਾ ਸੀ। ਅਸੀਂ ਤੇ ਸਾਡੇ ਵਰਗੇ ਕਈ ਕੰਸਲਟੈਂਟ ਇੱਥੇ ਪਲੇਟਫਾਰਮ ਤੇ ਆ ਕੇ ਬੜੇ ਨਾ ਛਾਤੀ ਠੋਕ ਕੇ ਕਹੀਦੀ ਸੀ 80% ਸਕਸੈਸ ਰੇਟ ਹੈ ਜੀ ਸਾਡਾ ਜਾਂ 90% ਸਕਸੈਸ ਰੇਟ ਹੈ। ਪਰ ਅੱਜ ਜੋ ਐਪਲੀਕੇਸ਼ਨ PT ਹੋਣ ਕਰਕੇ, ਕਿਉਂਕਿ PT ਸਡਨਲੀ ਨੰਬਰ ਆਫ ਐਪਲੀਕੈਂਟ ਜਿਹੜੇ PT ਦਿੰਦੇ ਪਏ ਨੇ ਉਹ ਡਬਲ ਟ੍ਰਿਪਲ ਹੋ ਗਏ। ਅੱਜ ਜਿਹੜਾ ਵੀ PT ਆਉਂਦਾ 52 56 54 ਹਰ ਕੋਈ ਕੈਨੇਡਾ ਦੇ ਵਿੱਚ ਫਾਈਲ ਲਾਉਂਦਾ ਕਿਉਂਕਿ ਰਿਕੁਆਇਰਮੈਂਟ 50 ਤੋਂ ਉੱਤੇ ਦੀ ਹੈਗੀ ਹੈ। ਹਰੇਕ ਕੰਸਲਟੈਂਟ ਨੇ ਆਪਣਾ ਪੈਰਾਮੀਟਰ ਲਾ ਲਿਆ, ਮੈਂ 51 ਤੋਂ PT ਲਊਂਗਾ ਜਾਂ 56 ਤੋਂ ਲਊਂਗਾ। ਅਸੀਂ ਵੀ ਲਾਇਆ ਹੋਇਆ। ਹੁਣ ਉਹ PT ਕਰਕੇ ਜਿਹੜਾ ਐਪਲੀਕੇਸ਼ਨ 2.5 ਲੱਖ ਹੁੰਦਾ ਸੀ ਉਹ 4.5 ਲੱਖ ਹੋ ਗਿਆ। ਅਗੇਨ ਹਾਈਪੋਥੈਟੀਕਲ ਫਿਗਰ, 4.5 ਲੱਖ ਤੋਂ ਰਿਜ਼ਲਟ ਦਾ 1.5 ਹੀ ਦੇਣਾ ਉਹਨਾਂ ਨੇ ਕਿਉਂਕਿ ਕੋਟਾ। ਬਿਲਕੁਲ। ਹੁਣ ਉਹ ਸਕਸੈਸ ਰੇਟ ਕਿੰਨਾ ਹੋ ਗਿਆ? ਆਲਮੋਸਟ 40 to 50%। ਹੁਣ ਜਿਹੜੇ 50% ਰਿਜੈਕਸ਼ਨ ਆ ਗਏ ਤਾਂ ਚੀਕਾਂ ਆਪੇ ਨਿਕਲਣੀਆਂ ਨੇ ਜਾਂ ਮੈਸੇਜ ਆਪੇ ਜਾਣਾ ਕੈਨੇਡਾ ਬੰਦ ਹੋ ਗਿਆ।
ਹਾਂ ਬਿਲਕੁਲ ਹਜੇ ਵੀ ਵੀਜ਼ੇ ਆਉਂਦੇ ਆ ਕੈਨੇਡਾ ਦੇ, ਤੁਸੀਂ ਤੁਹਾਡੇ ਸੱਜੇ ਖੱਬੇ ਕਈਆਂ ਦੇ ਆਉਂਦੇ ਹੋਣਗੇ ਤੇ ਆ ਚੁੱਕੇ ਹੋਣਗੇ। ਅਗੇਨ ਤੁਸੀਂ ਕਾਬਲ ਬਣਨਾ ਹੈ। ਇਹ ਪਲੇਟਫਾਰਮ ਤੋਂ ਤੇ ਅਸੀਂ ਆਪਣੇ ਫੇਸਬੁੱਕ ਤੋਂ ਬਹੁਤ ਵਾਰ ਇੱਕ ਬੇਨਤੀ ਕੀਤੀ ਹੈ, ਜਿੱਥੇ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ ਉੱਥੇ ਲਾਓ। ਸਿਰਫ ਅਪਲਾਈ ਕਰਨ ਨੂੰ ਲਾਣਾ ਹੈ ਤਾਂ ਪੂਰੀ ਦੁਨੀਆ ਤੁਹਾਡੇ ਵਾਸਤੇ ਖੁੱਲੀ ਹੋਈ ਹੈ, ਇੰਨੇ ਦੇਸ਼ ਹੈ 200 ਤੋਂ ਉੱਤੇ, ਕਿਤੇ ਵੀ ਲਾ ਸਕਦੇ ਹੋ। ਪਰ ਪ੍ਰੋਫਾਈਲ ਨੂੰ ਅਸੈਸ ਕਰਕੇ ਆਪ ਜਾਂ ਕਿਸੇ ਸਿਆਣੇ ਕੰਸਲਟੈਂਟ ਤੋਂ ਫਿਰ ਉਸ ਕੰਟਰੀ ਲਾਇਆ ਜਾਵੇ ਜਿੱਥੇ ਐਲੀਜੀਬਿਲਿਟੀ ਪੂਰੀ ਹੁੰਦੀ ਹੈ। ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। ਜੀ ਬਿਲਕੁਲ। ਔਰ ਅਗਰ ਤੁਸੀਂ ਵੀ ਆਪਣੀ ਪ੍ਰੋਫਾਈਲ ਦੀ ਵਧੀਆ ਸਹੀ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ESS ਗਲੋਬਲ ਦੇ ਜੋ ਬ੍ਰਾਂਚਿਸ ਨੇ ਪੂਰੀ ਡਿਟੇਲ ਸਕਰੋਲ ਦੇ ਵਿੱਚ ਚੱਲ ਰਹੀ ਹੈ। ਜਿੱਥੇ ਵੀ ਤੁਹਾਨੂੰ ਨੇੜੇ ਲੱਗਦਾ ਹੈ, ਜਿਹੜੀ ਵੀ ਬ੍ਰਾਂਚ ਤੁਹਾਨੂੰ ਨੇੜੇ ਲੱਗਦੀ ਹੈ, ਉੱਥੇ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ ਤਾਂ ਕਿ ਸਹੀ ਤਰੀਕੇ ਨਾਲ ਅਸੈਸਮੈਂਟ ਹੋਵੇ, ਤੁਹਾਨੂੰ ਵਧੀਆ ਗਾਈਡੈਂਸ ਮਿਲੇ, ਤੁਸੀਂ ਸਹੀ ਡਿਸੀਜਨ ਲਓ। ਅਸੀਂ ਬਾਰ-ਬਾਰ ਇਹ ਗੱਲ ਤਾਂ ਹੀ ਕਹਿੰਦੇ ਹਾਂ ਕਿਉਂਕਿ ਸਟੂਡੈਂਟਸ ਕਈ ਵਾਰੀ ਗਲਤ ਡਿਸੀਜਨ ਲੈ ਲੈਂਦੇ ਨੇ, ਐਲੀਜੀਬਲ ਕਿਸੇ ਹੋਰ ਜਗ੍ਹਾ ਲਈ ਹੁੰਦੇ ਨੇ, ਅਪਲਾਈ ਕਿਤੇ ਹੋਰ ਕਰ ਦਿੰਦੇ ਨੇ, ਫਿਰ ਉਹਨਾਂ ਨੂੰ ਰਿਫਿਊਜ਼ਲ ਫੇਸ ਕਰਨੀ ਪੈਂਦੀ ਹੈ, ਬਹੁਤ ਹਤਾਸ਼ ਹੋ ਜਾਂਦੇ ਨੇ। ਸਿਰਫ ਇੱਕ ਸਟੂਡੈਂਟ ਹੀ ਨਹੀਂ, ਪੂਰਾ ਪਰਿਵਾਰ ਜੋ ਹੈ ਬਹੁਤ ਹਤਾਸ਼ ਹੋ ਜਾਂਦਾ ਔਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਕਦੇ ਵੀ ਰਿਫਿਊਜ਼ਲ ਫੇਸ ਕਰਨੀ ਪਵੇ। ਇੱਥੇ ਕੈਨੇਡਾ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਟੂਡੈਂਟ ਦੇ ਸਾਡੇ ਕੋਲ ਇੱਕ ਵੀ ਸਵਾਲ ਆਉਂਦਾ ਕਿ ਕੀ SDS ਜਾਂ ਨੌਨ SDS ਰਿਜ਼ਲਟਸ ਵੇਲੇ ਇਹਨਾਂ ਚੀਜ਼ਾਂ ਦਾ ਵੀ ਥੋੜਾ ਫਰਕ ਚੱਲ ਰਿਹਾ ਕਿ SDS ਦੇ ਜ਼ਿਆਦਾ ਅੱਛੇ ਰਿਜ਼ਲਟ ਆ ਰਹੇ ਨੇ ਜਾਂ ਨੌਨ SDS ਦੇ ਰਿਜ਼ਲਟ ਜ਼ਿਆਦਾ ਨਹੀਂ ਆ ਰਹੇ? ਦੇਖੋ ਐਜ਼ ਆਫ ਨਾਓ ਯੈਸ, ਇਹਦਾ ਬਿਲਕੁਲ ਪ੍ਰੈਕਟੀਕਲ ਐਸਪੈਕਟ ਦੇਖਿਆ ਜਾ ਰਿਹਾ ਹੈਗਾ ਤੇ ਉਹਦਾ ਸਿੱਧਾ ਪਾਲਿਸੀ ਜਿਹੜਾ ਮੈਂ ਆਪਣੇ ਦਿਮਾਗ 'ਚ ਲੈ ਕੇ ਜਾਣਾ, ਜਿਹੜੇ ਵੀ ਨਵੇਂ ਚੇਂਜਸ ਆਉਂਦੇ ਪਏ ਨੇ ਉੱਥੇ PR ਪਾਲਿਸੀ ਨੂੰ ਲੈ ਕੇ ਬੈਕਗਰਾਉਂਡ ਪਹਿਲੀ ਸਟੇਜ ਤੋਂ ਇੰਪੈਕਟ ਹੋਣੀ ਹੈ। ਦੇਖੋ ਸਟੂਡੈਂਟ ਵੀਜ਼ਾ ਇਜ਼ ਅ ਫਨਲ ਟੂ CEC ਸਬ ਕਲਾਸ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਜਿੱਥੋਂ ਤੁਸੀਂ PR ਲਾਉਂਦੇ ਹੋ। PR ਲਾਉਣ ਲਈ ਜਿਹੜਾ ਤੁਹਾਡਾ ਹੈ ਆਇਲਸ ਔਰ CELPIP, ਜਿਹੜਾ 2 ਟੈਸਟ ਆਉਂਦੇ ਨੇ, ਉੱਥੇ ਹੀ ਉਹਨੂੰ ਇੰਪੋਰਟੈਂਸ ਜਾਂ ਮਾਨਤਾ ਪ੍ਰਾਪਤ ਹੈਗੀ ਹੈ। ਹੁਣ PT ਵਾਲਾ ਬੱਚਾ ਉਹਨਾਂ ਦੇ CEC ਕਲਾਸ ਤੋਂ PR ਨਹੀਂ ਹੋ ਸਕਦਾ, ਤਾਂ ਚੈਲੰਜ PT ਨੂੰ ਜਾਂ 1.5 ਨੂੰ ਆਟੋਮੈਟਿਕਲੀ ਆਣਾ ਹੀ ਆਣਾ ਹੈ, ਕਿਉਂਕਿ ਉਹਨਾਂ ਨੇ ਸਿੰਪਲ ਆ ਦੇਖਣਾ ਹੈ ਇੱਥੋਂ ਜਿਹੜਾ ਜਾਣ ਵਾਲਾ ਸਿਸਟਮ ਹੈ ਜਾਂ ਜਿਹੜਾ ਪਲਾਨ ਹੈ ਸਟੂਡੈਂਟ ਵੀਜ਼ੇ ਵਾਲਾ, ਇਹ ਅੱਗੇ ਫਨਲ ਦੇ ਵਿੱਚ ਕਨਵਰਟ ਹੋਊਗਾ ਕਿ ਨਹੀਂ ਹੋਊਗਾ। ਜੀ ਸੀ ਅਲਟੀਮੇਟਲੀ ਜਿਹੜੀ ਤੁਹਾਡੇ ਫੇਵਰਟ ਵਰਡ ਹੈ ਨਾ PR, ਉੱਥੋਂ ਦੀ ਗਵਰਨਮੈਂਟ ਦਾ ਵੀ ਉਹੀ ਏਜੰਡਾ ਹੈਗਾ, ਇੱਥੇ ਪਾਪੂਲੇਸ਼ਨ ਕਿਵੇਂ ਵਧਾਣੀ ਹੈ। ਤੇ ਪਾਪੂਲੇਸ਼ਨ ਵਧਾਉਣ ਵਾਸਤੇ ਉਹਨਾਂ ਨੇ 3-4 ਕੈਟੇਗਰੀਜ਼ ਆਪਣੀਆਂ ਵੰਡੀਆਂ ਹੋਈਆਂ, ਜਿਹਨੂੰ ਆਪਾਂ ਫੈਡਰਲ ਸਕਿਲਡ ਮਾਈਗ੍ਰੇਸ਼ਨ ਕਹਿ ਦਿੰਦੇ ਆ, ਫੈਡਰਲ ਸਕਿਲਡ ਟ੍ਰੇਡ ਪਰਸਨ ਕਹਿ ਦਿੰਦੇ ਆ, ਵਿੱਚੇ PNP ਆ ਗਿਆ, ਵਿੱਚੇ CEC ਆ ਗਿਆ। ਹੁਣ CEC ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਬਹੁਤ ਵੱਡਾ ਫਨਲ ਹੈ ਸਟੂਡੈਂਟ, ਜਿਹੜਾ ਸਟੂਡੈਂਟ ਵੀਜ਼ੇ ਤੋਂ ਬਾਅਦ CEC 'ਚ ਕਨਵਰਟ ਹੁੰਦਾ, ਜਿਹੜਾ ਉੱਥੇ LMIA ਤੋਂ ਬਾਅਦ ਆਉਂਦਾ ਉਹ ਵੱਖਰਾ ਹੈਗਾ। ਹੁਣ ਇੱਥੋਂ ਸਟੂਡੈਂਟ 6 ਈਚ ਵਾਲਾ ਲੈਣਗੇ, ਉਹ ਉਹਨਾਂ ਦੇ ਹਿਸਾਬ ਨਾਲ ਜ਼ਿਆਦਾ ਫਿੱਟ ਹੋਏਗਾ ਕੱਲ ਉੱਥੇ ਇੰਗਲਿਸ਼ ਦੇ ਬੈਂਡ ਲੈਣ ਲਈ ਜਾਂ ਇੰਗਲਿਸ਼ ਸਮਝਣ ਲਈ, ਜੋ ਜ਼ਰੂਰੀ ਹੈ ਉਹਨਾਂ ਦੇ ਦੇਸ਼ ਦੇ ਵਿੱਚ ਜ਼ਿੰਦਗੀ ਜੀਣ ਵਾਸਤੇ। ਜੀ ਤਾਂ ਇਹ ਇੰਪੈਕਟ ਇੰਡੀਆ ਤੋਂ ਹੀ ਆਏਗਾ, ਜਿੱਥੇ ਨੰਬਰ ਆਫ ਐਪਲੀਕੇਸ਼ਨ ਆਲਮੋਸਟ 4 ਜਾਂ 5 ਟਾਈਮਸ ਹੋ ਗਈਆਂ ਨੇ। ਉਹਨਾਂ ਕੋਲ ਅੱਜ ਆਪਸ਼ਨ ਹੈ ਛਾਂਟ ਕੇ ਲੈਣ ਦੀ, ਤੇ ਉਹੀ ਕਰਦੇ ਪਏ ਨੇ। ਜੀ ਬਿਲਕੁਲ। ਸੋ ਇਸੇ ਲਈ ਤੁਸੀਂ ਵੀ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਸੋ ਆਇਲਸ ਰਿਕੁਆਇਰਮੈਂਟ ਹੈ ਜਾਂ ਜਿਹੜੇ ਵੀ ਡਾਕੂਮੈਂਟ ਜ਼ਰੂਰੀ ਨੇ, ਐਲੀਜੀਬਲ ਹੋਣਾ ਕਿੰਨਾ ਕੁ ਜ਼ਰੂਰੀ ਹੈ, ਇਹਨਾਂ ਚੀਜ਼ਾਂ ਨੂੰ ਸਮਝ ਕੇ ਹੀ ਜੋ ਹੈ ਅਪਲਾਈ ਕਰਿਆ ਕਰੋ। ਅਸੀਂ ਬਹੁਤ ਵਾਰੀ ਦੇਖਦੇ ਹਾਂ ਕਿ ਸਟੂਡੈਂਟਸ ਐਲੀਜੀਬਲ ਨਹੀਂ ਹੁੰਦੇ, ਓਵਰਆਲ 6 ਜਾਂ 1 ਜਾਂ 2 ਵਿੱਚ 5.5 ਹੁੰਦੇ ਆ, ਫਿਰ ਵੀ ਕੈਨੇਡਾ ਅਪਲਾਈ ਕਰ ਦਿੰਦੇ ਨੇ ਔਰ ਫਿਰ ਉਹਨਾਂ ਨੂੰ ਰਿਫਿਊਜ਼ਲ ਫੇਸ ਕਰਨੀ ਪੈਂਦੀ ਹੈ। ਇਸ ਲਈ ਉਹ ਵਾਲੀ ਆਪਸ਼ਨ ਦੇਖੋ ਜੋ ਤੁਹਾਡੇ ਡਾਕੂਮੈਂਟਸ ਦੇ ਹਿਸਾਬ ਨਾਲ ਬਿਲਕੁਲ ਫਿੱਟ ਹੋਵੇ ਤੇ ਉੱਥੇ ਹੀ ਅਪਲਾਈ ਕਰਕੇ ਸਕਸੈਸਫੁਲੀ ਵੀਜ਼ਾ ਲਿਆ ਕਰੋ। ਹੁਣ ਗੱਲ ਕਰਾਂਗੇ ਸਰ ਉਹਨਾਂ ਸਟੂਡੈਂਟਸ ਦੀ ਜਿਹੜੇ ਪੜ੍ਹਾਈ ਕਰਦੇ ਆ, ਉਹਨਾਂ ਦਾ 10 ਸਾਲ ਦਾ ਗੈਪ ਹੋ ਚੁੱਕਿਆ ਹੈ ਜਾਂ ਇਸ ਤੋਂ ਘੱਟ ਜਾਂ ਇੰਨਾ ਕੁ ਆਪਾਂ ਮੰਨ ਕੇ ਚੱਲੀਏ, ਉਹਨਾਂ ਲਈ ਇੱਕ ਚੰਗੀ ਆਪਸ਼ਨ ਦੀ ਗੱਲ ਕਰੀਏ, ਕਿਉਂਕਿ ਉਹ ਵੀ ਅਗਰ ਜਾਣਾ ਚਾਹੁੰਦੇ ਨੇ, ਉਹ ਵੀ ਆਪਣਾ ਜਿਹੜਾ ਸੁਪਨਾ ਸਾਕਾਰ ਕਰ ਸਕਣ। ਦੇਖੋ ਅੱਜ ਦੀ ਡੇਟ ਵਿੱਚ ਨਾ, ਜੇ ਆਪਾਂ ਗੱਲ ਕਰੀਏ, ਇਸ ਹਫਤੇ ਸਾਡੇ ਸੈਮੀਨਾਰ ਸੀਗੇ ਆਸਟ੍ਰੇਲੀਆ ਐਂਡ UK ਦੇ ਫੋਕਸ ਬੇਸਿਕਲੀ, ਬਹੁਤ ਸਾਰੀ ਪ੍ਰੋਫਾਈਲਾਂ ਆਈਆਂ ਜਿਨ੍ਹਾਂ 5 ਜਾਂ 7 ਸਾਲ ਦਾ ਗੈਪ ਸੀਗਾ। ਹੁਣ ਗੈਪ ਦੇ ਵਿੱਚ 2 ਹੀ ਸਵਾਲ ਹੈ ਕਿ 5-7 ਸਾਲ ਸੋਫੇ ਤੇ ਬੈਠ ਕੇ TV ਦੇਖਿਆ ਜਾਂ ਕਿਤੇ ਦੁਨੀਆਦਾਰੀ ਦੇ ਵਿੱਚ ਪੈਸੇ ਕਮਾਏ ਨੇ, ਟੈਕਸ ਦਿੱਤਾ ਤੇ ਉਹਦਾ ਐਕਸਪੀਰੀਅੰਸ ਅਟੇਨ ਕੀਤਾ। ਹੁਣ ਜੇ ਤੁਸੀਂ ਪਹਿਲੇ ਕੈਟੇਗਰੀ ਜਾਂਦੇ ਹੋ ਤਾਂ ਸਟੂਡੈਂਟ ਵੀਜ਼ਾ ਤੁਹਾਡੇ ਵਾਸਤੇ ਬਿਲਕੁਲ ਨਹੀਂ ਹੈਗਾ, ਕਿਉਂਕਿ ਤੁਸੀਂ 7 ਸਾਲ ਹੋ ਗਏ, ਜਿਹੜੀ ਕਿਤਾਬਾਂ ਹੈ ਉਹ ਘਰ ਦੀ ਅਲਮਾਰੀ 'ਚ ਬੰਦ ਕੀਤੀਆਂ ਹੋਣੀਆਂ ਤੇ ਪੜ੍ਹਾਈ ਨਾਲ ਕੋਈ ਨਾਤਾ ਨਹੀਂ ਹੈਗਾ। ਜੇ ਦੂਸਰੀ ਕੈਟੇਗਰੀ ਚਾਹੁੰਦੇ ਹੋ, ਉਹਨਾਂ ਵਾਸਤੇ ਕੋਵਿਡ ਤੋਂ ਬਾਅਦ ਬਹੁਤ ਵਧੀਆ ਟਰਮਸ ਆ ਗਈਆਂ, ਰੀਇਨਵੈਸਟਿੰਗ ਇਨਟੂ ਆਵਰਸੈਲਫ, ਅਪਗ੍ਰੇਡਿੰਗ ਮਾਈ ਸਕਿੱਲਸ, ਬਹੁਤ ਸਾਰੀਆਂ ਫੈਂਸੀ ਵਰਡ ਆ ਗਏ ਨੇ, ਜਿਹਦੇ ਹੇਠਾਂ ਤੁਸੀਂ ਜੇ ਆਪਣੇ ਜਿਹੜਾ ਤੁਸੀਂ ਪੜ੍ਹਾਈ ਕੀਤੀ ਹੈ ਉਦੋਂ ਉੱਪਰ ਵਾਲੇ ਕੋਰਸ 'ਚ ਜਾਂਦੇ ਹੋ, ਜਿਹੜਾ ਤੁਹਾਨੂੰ ਕੋਈ ਨਵੀਂ ਚੀਜ਼ ਸਿਖਾਉਂਦਾ ਹੈ ਪਲੱਸ ਤੁਹਾਡੇ ਕੋਲ ਇੰਗਲਿਸ਼ ਤੇ ਆਇਲਸ ਦੀ ਰਿਕੁਆਇਰਮੈਂਟ ਮੀਟ ਹੁੰਦੀ ਹੈ, ਤਾਂ ਡੈਫੀਨੇਟਲੀ ਗੈਪ ਪ੍ਰੋਬਲਮ ਨਹੀਂ ਹੈਗਾ। ਅਗੇਨ ਤੁਹਾਨੂੰ ਪੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ, ਨਾ ਮੈਨੂੰ ਨਾ ਤੁਹਾਨੂੰ, ਚਾਹੇ ਤੁਸੀਂ ਕਹੋ ਮੈਂ 55 ਸਾਲ ਦਾ ਹੋ ਗਿਆ ਪੜ੍ਹਨਾ ਹੈ, ਪਰ ਜੇ ਮੇਰੇ ਕੋਲ ਪੜ੍ਹਾਈ ਦੇ ਵੈਲਿਡ ਰੀਜ਼ਨ ਹੈਗੇ ਆ ਤਾਂ ਮੇਰੇ ਕੋਲ ਕਾਰਨ ਹੋਣੇ ਚਾਹੀਦੇ ਨੇ। ਉਹ ਕਾਰਨ ਜਦ ਆਪਾਂ ਅੰਬੈਸੀ ਨੂੰ ਦਿਖਾਉਂਦੇ ਆ, ਉੱਥੇ ਵੀਜ਼ਾ ਆਉਂਦਾ ਹੈ। ਹੁਣ ਰਿਜੈਕਟ ਕਿਉਂ ਹੁੰਦਾ ਹੈ ਜੀ ਪ੍ਰੋਫਾਈਲਸ ਦਾ ਵੀਜ਼ਾ? ਕਿਉਂਕਿ ਜਿਹੜਾ ਤੁਸੀਂ ਕੋਰਸ ਅਪਲਾਈ ਕਰਦੇ ਹੋ
ਉਹ ਜਿਹੜਾ ਡਿਸੀਜਨ ਹੈ ਉਹ ਹੁੰਦਾ ਜੀ ਮੈਨੂੰ ਸਸਤੀ ਫੀਸ ਚਾਹੀਦੀ ਹੈ ਹਾਂ ਕਿਉਂਕਿ ਪੜ੍ਹਾਈ ਦਾ ਕੰਸਰਨ ਨਹੀਂ ਹੈਗਾ ਨਾ, ਪਹੁੰਚਣ ਦਾ ਕੰਸਰਨ। ਬਿਲਕੁਲ ਬਿਲਕੁਲ। ਘੱਟੋ ਘੱਟ ਪੈਸਾ ਚਾਹੀਦਾ ਹੈ। ਹੁਣ ਘੱਟੋ ਘੱਟ ਪੈਸਿਆਂ ਦੇ ਵਿੱਚ ਐਵਰੇਜ ਯੂਨੀਵਰਸਿਟੀ ਆਂਦੀ ਹੈ, ਐਵਰੇਜ ਕੋਰਸ ਆਂਦਾ ਹੈ। ਇਮੇਜਿਨ ਕਰੋ ਮੈਂ ਇੱਥੇ ਐਮਐਡ ਕੀਤੀ ਹੈ ਤੇ 5-7 ਸਾਲ ਟੀਚਰ ਦਾ ਕੰਮ ਕੀਤਾ ਹੈ ਤੇ ਮੇਰੇ ਨਾਲ ਉੱਥੇ ਕਲਾਸ ਦੇ ਵਿੱਚ ਇੱਕ ਬੀਐਡ ਵਾਲਾ ਬੰਦਾ ਜਿਹੜਾ ਫਰੈਸ਼ ਪਾਸ ਆਊਟ ਹੈ, ਦੈਟ ਮੀਨ ਮੇਰੇ ਤੋਂ 5-7 ਸਾਲ ਛੋਟਾ, ਉਹ ਬੈਠ ਕੇ ਮੇਰੇ ਨਾਲ ਪੜ੍ਹਦਾ ਪਿਆ ਹੈ ਤੇ ਉਹ ਪੜ੍ਹਾਈ ਮੇਰੇ ਕਿਸ ਕੰਮ ਦੀ, ਕਿਉਂਕਿ ਮੈਂ ਆਲਰੇਡੀ ਜੋ ਪੜ੍ਹਾਉਂਦੇ ਪਏ ਨੇ ਪ੍ਰੈਕਟੀਕਲੀ ਕਰ ਚੁੱਕੇ ਹਾਂ। ਬਿਲਕੁਲ। ਪ੍ਰੈਕਟੀਕਲੀ ਕਮਾ ਕੇ ਉਹਦੇ ਪੈਸੇ ਵੀ ਕਮਾ ਚੁੱਕੇ ਹਾਂ ਆਪਣੀ ਨੌਕਰੀ ਚੋਂ ਜੀ। ਅੱਜ ਜੇ ਮੈਂ 15 ਲੱਖ ਲਾਉਂਗਾ ਉਹਨਾਂ ਦੀ ਦੁਨੀਆ ਦੇ ਵਿੱਚ, ਐਮਬੈਸੀ ਦੀ ਦੁਨੀਆ ਦੇ ਵਿੱਚ, ਤਾਂ ਮੈਂ ਕੋਈ ਨਵੇਂ ਸਕਿੱਲ ਨੂੰ ਲਾਉਂਗਾ। ਉਹ ਚੀਜ਼ ਜਿਹੜੀ ਮੈਨੂੰ ਉੱਪਰ ਲੈ ਕੇ ਜਾਏਗੀ ਪੈਸਿਆਂ ਦੀ ਇਨਵੈਸਟਮੈਂਟ ਵਾਲਿਆਂ ਪਾਸਿਓਂ ਐਂਡ ਰਿਟਰਨ ਵਾਲੇ ਪਾਸਿਓਂ। ਮੈਂ ਹਮੇਸ਼ਾ ਇੱਕ ਐਗਜ਼ਾਮਪਲ ਦਿੰਦਾ, ਆ ਜਿਹੜੀ ਸ਼ਰਟ ਪਾਈ ਹੈ ਮੈਂ ਦੁਬਾਰਾ ਨਹੀਂ ਲਵਾਂਗਾ, ਇੱਕ ਵਾਰ ਪਾ ਚੁੱਕੇ ਹਾਂ, ਹਟਾ ਚੁੱਕੇ ਹਾਂ, ਹੁਣ ਮੈਂ ਕੋਈ ਨਵਾਂ ਚੀਜ਼ ਲਵਾਂਗਾ। ਠੀਕ ਹੈ, ਉਸੇ ਤਰੀਕੇ ਨਾਲ ਤੁਸੀਂ ਐਜੂਕੇਸ਼ਨ ਨੂੰ ਵੀ ਟਰੀਟ ਕਰੋ। ਗੈਪ ਹੋਣਾ ਕਈ ਵਾਰ ਬਲੈਸਿੰਗ ਬਣ ਜਾਂਦਾ ਹੈ। ਜੇ ਤੁਸੀਂ ਉਸ ਯੂਨੀਵਰਸਿਟੀ ਦੇ ਵਿੱਚ ਜਾਓਗੇ ਜਿਨ੍ਹਾਂ ਦੀ ਕੋਰਸ ਦੀ ਰਿਕੁਆਇਰਮੈਂਟ ਹੀ 4-4 5-5 ਸਾਲ ਦਾ ਐਕਸਪੀਰੀਅੰਸ ਹੈ। ਬਿਲਕੁਲ। ਹੁਣ ਆਪਾਂ ਦੇਖਿਆ ਵੈਸਟਰਨ ਯੂਨੀਵਰਸਿਟੀਜ਼ ਦੇ ਵਿੱਚ ਤੁਹਾਡੇ MBA ਕਰਨ ਲਈ ਉਹ ਕਹਿ ਕੇ ਚੱਲਦੇ ਨੇ ਅੱਛੀ ਯੂਨੀਵਰਸਿਟੀਆਂ, ਤੁਹਾਡੇ ਕੋਲ 4-5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਐਕਸਪੀਰੀਅੰਸ ਤੁਹਾਡੇ ਕੋਲ ਮੈਨੇਜਰ ਲੈਵਲ ਦਾ ਹੋਣਾ ਚਾਹੀਦਾ ਹੈ, ਪਲੱਸ ਤੁਹਾਡੇ ਟੀਮ ਮੈਨੇਜ ਹੋਣੀ ਚਾਹੀਦੀ ਹੈ। ਦੈਟ ਮੀਨ ਇੱਕ ਫਰੈਸ਼ ਪਾਸ ਆਊਟ ਬੱਚਾ ਉੱਥੇ ਕੁਆਲੀਫਾਈ ਨਹੀਂ ਕਰਦਾ। ਬਿਲਕੁਲ। ਉੱਥੇ ਮੇਰਾ 5-7 ਸਾਲ ਦਾ ਐਕਸਪੀਰੀਅੰਸ ਮੇਰੀ ਬਲੈਸਿੰਗ ਬਣ ਗਿਆ ਕਿਉਂਕਿ ਰਿਕੁਆਇਰਮੈਂਟ ਹੈਗੀ ਉੱਥੇ ਜਾਣ ਵਾਸਤੇ। ਜੀ ਜੀ ਜੀ। ਤੇ ਆਪਣੀ ਯੂਨੀਵਰਸਿਟੀ ਤੇ ਕੋਰਸ ਤੁਸੀਂ ਚੰਗੀ ਤਰ੍ਹਾਂ ਸਿਲੈਕਟ ਕਰਨਾ, ਵੀਜ਼ਾ ਪੋਸੀਬਲ ਹੈ, ਪਲੱਸ ਆਬਵੀਅਸਲੀ ਡਾਕੂਮੈਂਟੇਸ਼ਨ ਤੁਸੀਂ ਕਿੰਨਾ ਚੰਗੀ ਤਰ੍ਹਾਂ ਐਕਸਪਲੇਨ ਕਰ ਪਾਉਂਦੇ ਹੋ ਆਪਣੇ ਗੈਪ ਨੂੰ, ਉਹ ਚੀਜ਼। ਤੇ ਇਹਦਾ ਪਹਿਲਾ ਜਿਹੜਾ ਗਲਾਂਸ ਆਂਦਾ ਤੁਹਾਡੇ CV ਦੇਖ ਕੇ ਆਂਦਾ। ਜੀ ਜੀ। ਹੁਣ ਤੁਸੀਂ ਐਜੂਕੇਟਿਡ ਹੋ, CV ਵਿੱਚ 5-7 ਸਾਲ ਦਾ ਆਪਣਾ ਕੰਮ ਕੀਤਾ ਕਿਤੇ ਨਾ ਕਿਤੇ, ਜੋ ਬੇਸਿਕ CV ਬਣਿਆ ਹੋਇਆ ਨਾ ਵਰਡ ਫਾਈਲ ਦੇ ਵਿੱਚ ਸੈਂਟਰ ਅਲਾਈਨਡ ਕਰਕੇ, ਉਹ ਨਾਨ ਐਲੀਜੀਬਲ ਪ੍ਰੋਫਾਈਲ ਹੈ। ਪ੍ਰੋਫਾਈਲ ਦੇਖ ਕੇ ਪਤਾ ਲੱਗ ਜਾਂਦਾ ਕੀ ਸਿੱਖਿਆ ਬੰਦੇ ਨੇ 7 ਸਾਲਾਂ 'ਚ ਕੰਮ ਕਰਕੇ। CV ਤੁਹਾਡਾ ਪਹਿਲਾ ਇੰਪ੍ਰੈਸ਼ਨ ਹੈ ਜਦ ਤੁਹਾਡੀ ਐਪਲੀਕੇਸ਼ਨ ਜਾਂਦੀ ਹੈ। ਉਸ ਤੋਂ ਬਾਅਦ ਇੰਟਰਵਿਊ ਦੇ ਵਿੱਚ ਤੁਸੀਂ ਉਸ ਨੂੰ ਕਿਵੇਂ ਕਨਵਿੰਸ ਕਰਦੇ ਹੋ, ਦੈਟ ਇਜ਼ ਦ ਸੈਕੰਡ ਇੰਪ੍ਰੈਸ਼ਨ। ਵੀਜ਼ਾ ਆਈ ਬਿਲੀਵ ਸਭ ਤੋਂ ਸੌਖਾ ਲੈਣਾ, ਕਿਉਂਕਿ ਵੀਜ਼ਾ ਹਾਈ ਕਮਿਸ਼ਨ ਇੱਕ ਸਰਟਨ ਮੋਡ ਤੇ ਚੱਲਦਾ ਹੈ। ਸਭ ਤੋਂ ਔਖਾ ਹੈ ਯੂਨੀਵਰਸਿਟੀ ਨੂੰ ਕਨਵਿੰਸ ਕਰਨਾ ਮੈਨੂੰ ਐਡਮਿਸ਼ਨ ਕਿਉਂ ਮਿਲਣੀ ਚਾਹੀਦੀ ਹੈਗੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਤੇ ਮੈਂ ਅਗਰ ਇੱਥੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਪ੍ਰੋਫਾਈਲ ਜੋ ਗੈਪ ਵਾਲੇ ਨੇ, ਉਹ ਕਿੱਥੇ, ਕਦੋਂ ਅਤੇ ਕਿਵੇਂ ਅਪਲਾਈ ਕਰਨ ਤਾਂ ਕਿ ਉਹਨਾਂ ਨੂੰ ਵੀ ਇੱਕ ਵਿਜ਼ਨ ਕਲੀਅਰ ਹੋਵੇ ਕਿ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਆਪਣੀ ਤਿਆਰੀ ਉਹ ਵੀ ਸ਼ੁਰੂ ਕਰ ਸਕਣ। ਦੇਖੋ ਬੇਸਿਕਲੀ ਜਿਹੜੀ ਆਪਾਂ ਗੱਲ ਕੀਤੀ ਹੈ, ਦੈਟ ਨੀਡਸ ਐਨ ਐਕਸਪਰਟ ਟੂ ਡੀਲ ਵਿਦ ਯੋਰ ਕੇਸ। ਇਹ ਕੋਈ ਕਾਉਂਸਲਰ ਨਹੀਂ ਕਰ ਸਕਦਾ, ਕਿ ਕਾਉਂਸਲਰ ਕੋਲ ਇੱਕ ਸਟੈਂਡਰਡ ਇੰਸਟਰਕਸ਼ਨਸ ਹੁੰਦੇ ਨੇ, ਆਹ ਕੇਸ ਲੈਣਾ ਹੈ, ਆਹ ਕੇਸ ਨਹੀਂ ਲੈਣਾ, ਸਿੰਪਲ ਹੈ। ਵੈਰਐਸ ਜਿਹੜਾ ਤੁਹਾਡਾ ਡਿਸਕਸ਼ਨ ਹੈਗਾ, ਤੁਸੀਂ ਕੀ ਕੀਤਾ, ਵਾਟ ਡਿਡ ਯੂ ਲਰਨ ਇਨ ਦ ਲਾਸਟ 7 ਇਅਰਸ ਐਂਡ ਅੱਗੇ ਕਿਹੜਾ ਕੋਰਸ ਕਰਨਾ ਹੈ, ਦੈਟ ਨੀਡਸ ਐਕਚੁਅਲ ਕੈਰੀਅਰ ਕੰਸਲਟੈਂਟ ਜਿਹੜਾ ਤੁਹਾਨੂੰ ਉਸ ਸੁਪਨੇ ਨੂੰ ਐਕਚੁਅਲੀ ਸਟੈਪ ਬਾय ਸਟੈਪ ਕਰ ਸਕੇ। ਜੇ ਤੁਹਾਡੀ ਪ੍ਰੋਫਾਈਲ ਇਹਨਾਂ ਚੋਂ ਇੱਕ ਹੈ ਤਾਂ 90419 90419 ਤੇ ਕਾਲ ਕਰਕੇ ਤੁਸੀਂ ਆਪਣਾ ਅਪਾਇੰਟਮੈਂਟ ਮੇਰੇ ਨਾਲ ਫਿਕਸ ਕਰਨਾ ਹੈ ਚੰਡੀਗੜ੍ਹ ਆਫਿਸ ਦੇ ਵਿੱਚ। ਜੀ ਜੀ। ਐਂਡ ਵੀ ਕੈਨ ਡਿਸਕਸ ਯੋਰ ਕੇਸ ਐਟ ਲੈਂਥ ਵਿਦਆਊਟ ਐਨੀ ਇਸ਼ੂ। ਜੀ ਬਿਲਕੁਲ। ਸੋ ਨੰਬਰ ਲਗਾਤਾਰ ਜੀ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ। ਕੋਈ ਵੀ ਸਵਾਲ ਹੋਵੇ ਪ੍ਰੋਫਾਈਲ ਨੂੰ ਲੈ ਕੇ, ਕਿਸੇ ਵੀ ਕੰਟਰੀ 'ਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ESS ਗਲੋਬਲ ਦੀ ਟੀਮ ਤੁਹਾਨੂੰ ਸਹੀ ਸਲਾਹ ਦੇਵੇਗੀ। ਤੁਸੀਂ ਜ਼ਰੂਰ ਇਹਨਾਂ ਦੇ ਆਫਿਸ ਵਿਜ਼ਿਟ ਕਰੋ। ਇੱਕ ਵਾਰ ਫਿਰ ਜ਼ਰੂਰ ਕਹੂੰਗੀ ਕਿ ਸਾਰੀ ਬ੍ਰਾਂਚਿਸ ਦੀ ਡਿਟੇਲ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ। ਤੁਹਾਨੂੰ ਜਿੱਥੇ ਨੇੜੇ ਲੱਗਦਾ ਹੈ, ਈਜ਼ੀ ਲੱਗਦਾ ਹੈ, ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਵਿਜ਼ਿਟ ਕਰੋ। ਹਰ ਵਾਰੀ ਅਸੀਂ ਇਹ ਗੱਲ ਕਹਿੰਦੇ ਹਾਂ, ਡਾਕੂਮੈਂਟਸ ਦੇਖ ਕੇ ਹੀ ਅਸੈਸਮੈਂਟ ਕਰਨ ਤੋਂ ਬਾਅਦ ਤੁਹਾਨੂੰ ਸਹੀ ਗਾਈਡ ਕੀਤਾ ਜਾ ਸਕਦਾ। ਫੋਨ ਦੇ ਉੱਪਰ ਪੂਰੀ ਤਰ੍ਹਾਂ ਨਾਲ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ, ਇਸ ਲਈ ਡਾਕੂਮੈਂਟਸ ਦੇਖਣੇ ਬਹੁਤ ਹੀ ਜ਼ਰੂਰੀ ਹੋ ਜਾਂਦੇ ਨੇ। ਤੇ ਹਮੇਸ਼ਾ ਦੀ ਤਰ੍ਹਾਂ ਅੱਗੋਂ ਵੀ ਅਸੀਂ ਸ਼ੋਅ ਦੇ ਵਿੱਚ ਸਹੀ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਿਹਾ ਕਰਾਂਗੇ ਤਾਂ ਕਿ ਤੁਹਾਨੂੰ ਵੀ ਚੀਜ਼ਾਂ ਕਲੀਅਰ ਹੋਣ, ਤੁਸੀਂ ਵੀ ਜਾਗਰੂਕ ਹੋਵੋ, ਅਵੇਅਰ ਹੋਵੋ। ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸ਼ੋਅ ਦੇ ਵਿੱਚ ਆ ਕੇ ਸਾਡੇ ਦਰਸ਼ਕਾਂ ਨੂੰ ਢੇਰ ਸਾਰੀ ਜਾਣਕਾਰੀ ਦਿੱਤੀ। ਥੈਂਕ ਯੂ ਜੀ। ਥੈਂਕ ਯੂ ਜੀ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। And I got my Australian study visa for Masters in International Affairs. I visited the ESS Global Office in March and I got my visa within a week. So I do recommend everyone to have a visit once before applying anywhere else. They provide very good service. ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਲਵਪ੍ਰੀਤ ਕੌਰ ਹੈ। ਮੈਂ ਧੌਲਾ ਪਿੰਡ ਤੋਂ ਬਿਲੋਂਗ ਕਰਦੀ ਹਾਂ। ਮੈਂ ESS ਵਾਲਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇੱਥੋਂ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਫਾਈਲ ਔਨਲਾਈਨ ਹੋਣ ਤੋਂ ਬਾਅਦ 20 ਦਿਨਾਂ ਦੇ ਵਿੱਚ ਹੀ ਆ ਗਿਆ। ਤੇ ਇਹਨਾਂ ਦਾ ਸਟਾਫ ਹੈ ਜਿਹੜਾ ਉਹ ਬਹੁਤ ਜ਼ਿਆਦਾ ਕੋਆਪਰੇਟ ਹੈ ਕਿਉਂਕਿ ਮੈਨੂੰ ਡਿਸਟੈਂਸ ਬਹੁਤ ਜ਼ਿਆਦਾ ਦੂਰ ਪੈਂਦਾ ਸੀ ਤੇ ਇਹਨਾਂ ਨੇ ਮੈਨੂੰ ਇੰਨੀਆਂ ਜ਼ਿਆਦਾ ਸਰਵਿਸਿਜ਼ ਵਧੀਆ ਪ੍ਰੋਵਾਈਡ ਕੀਤੀਆਂ ਕਿ ਮੈਨੂੰ ਘਰੇ ਬੈਠ ਕੇ ਹੀ अपना वीज़ा जो ग्रांट हो गया सिर्फ 20 दिनों के। थैंक यू। मेरी फ़ाइल बहुत ही ज़्यादा कॉम्प्लेक्स थी। लाइक आई डिड इन डिप्लोमा इन 2015 एंड 16 फ्रॉम कैनेडा, तो उस वजह से कुछ इश्यूज़ थे कि मेरे को काफ़ी जगह से ऐसा हो रहा था कि नहीं मेरी फ़ाइल नहीं लगेगी, बट ESS दे गिव मी द कॉन्फिडेंस एंड टुडे हियर आई गॉट माई वीज़ा एंड आई एम सो लकी दैट ESS विल हेल्प मी।